ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਰਨ ਜਾ ਰਿਹਾ ਕਿ ਕੀ ਆਲਦੋ ਦੇ ਨਾਲ ਯੈਟ ਯੂਜ਼ ਕੀਤਾ ਜਾ ਸਕਦਾ, ਕੀ ਸਟੂਡੈਂਟਸ ਦਾ ਆਲਦੋ ਦੇ ਨਾਲ ਨੈਵਰਦਲੈਸ ਯੈਟ ਬਟ ਯੂਜ਼ ਕਰਨਾ ਸਹੀ ਆ, ਤੇ ਜੇ ਸਟੂਡੈਂਟਸ ਨੂੰ ਇਹ ਸਿਖਾਇਆ ਜਾ ਰਿਹਾ ਤੇ ਕਿਉਂ ਸਿਖਾਇਆ ਜਾ ਰਿਹਾ, ਕੀ ਇਹ ਸਹੀ ਆ ਜਾਂ ਗਲਤ ਆ ਜਾਂ ਕਿਵੇਂ। ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਨੂੰ ਮਿਲਣਗੇ ਜਦੋਂ ਆਪਾਂ ਕੰਜੰਕਸ਼ਨਸ ਨੂੰ ਸਮਝਾਂਗੇ। ਕੰਜੰਕਸ਼ਨਸ ਬੇਸਿਕਲੀ ਕੀ ਹੁੰਦੀਆਂ ਨੇ? ਕੰਜੰਕਸ਼ਨਸ ਨੂੰ ਇਦਾਂ ਸਮਝੋ ਕਿ ਇੱਕ ਤਰ੍ਹਾਂ ਦਾ ਜੋੜ ਹੁੰਦਾ ਹੈ that is used to contrast ideas। ਠੀਕ ਹੈ ਜੀ, ਦੋ ਜਿਹੜੇ ਕੰਟਰਾਸਟਿੰਗ ਆਈਡੀਆਜ਼ ਹੁੰਦੇ ਨੇ ਉਹਨਾਂ ਨੂੰ ਜੁਆਇਨ ਕਰਦੀਆਂ ਨੇ ਕੰਜੰਕਸ਼ਨਸ। ਜਿਵੇਂ ਆਪਾਂ ਕਹਿ ਦਿੰਦੇ ਆ ਮੈਂ ਖੁਸ਼ ਵੀ ਆ ਪਰ ਮੈਂ ਨਾਰਾਜ਼ ਵੀ ਆ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਆ ਚੀਜ਼ ਹੋਈ। ਜਿਵੇਂ ਆਪਾਂ ਕੁਝ ਟੂ ਕੰਟਰਾਸਟਿੰਗ ਚੀਜ਼ਾਂ ਨੂੰ ਜਦੋਂ ਆਪਾਂ ਜੋੜਦੇ ਆ, ਠੀਕ ਹੈ ਜੀ, ਭਾਵੇਂ ਮੇਰੇ ਕੋਲ ਬਹੁਤ ਪੈਸਾ ਪਰ ਮੈਨੂੰ ਸ਼ਾਂਤੀ ਮਹਿਸੂਸ ਨਹੀਂ ਹੁੰਦੀ, ਭਾਵੇਂ ਤਾਂ ਫਿਰ ਇਹ ਕੀ ਬਣ ਸਕਦਾ? although I'm rich I don't feel peace in my life। ਤਾਂ ਇਦਾਂ ਦੀਆਂ ਜਿਹੜੀਆਂ ਦੋ ਕੰਟਰਾਸਟਿੰਗ ਆਈਡੀਆਜ਼ ਜਿਹੜੇ ਆਪਾਂ ਜੁਆਇਨ ਕਰਨੇ ਨੇ, ਤਾਂ ਇਹਨਾਂ ਦੇ ਲਈ ਦੋ ਕੰਜੰਕਸ਼ਨਸ ਨੂੰ ਯੂਜ਼ ਕੀਤਾ ਜਾਂਦਾ, ਸਬਆਰਡੀਨੇਟਿੰਗ ਤੇ ਕੋਆਰਡੀਨੇਟਿੰਗ। ਹੁਣ ਸਬਆਰਡੀਨੇਟਿੰਗ ਕਿਹੜੀਆਂ ਹੁੰਦੀਆਂ ਨੇ? ਸਬਆਰਡੀਨੇਟਿੰਗ ਕੰਜੰਕਸ਼ਨਸ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਡਿਪੈਂਡੈਂਟ ਕਲੌਜ਼ ਨੂੰ ਇੱਕ ਮੇਨ ਕਲੌਜ਼ ਦੇ ਨਾਲ ਜੋੜਦੀਆਂ ਨੇ। ਹੁਣ ਤੁਸੀਂ ਸੋਚੋਗੇ ਵੀ ਇੱਕ ਕਲੌਜ਼ ਕੀ ਹੁੰਦੀ ਹੈ ਸਰ? ਤਾਂ ਕਲੌਜ਼ ਹੋਰ ਕੁਝ ਨਹੀਂ, ਬਸ ਕਲੌਜ਼ ਇਜ਼ ਬੇਸਿਕਲੀ ਅ ਸਬਜੈਕਟ ਪਲਸ ਵਰਬ, ਮਤਲਬ ਗਰੁੱਪ ਆਫ ਵਰਡਸ। ਸਿੱਧਾ ਤੁਸੀਂ ਸਮਝ ਸਕਦੇ ਹੋ ਕਿ ਕਲੌਜ਼ ਜਿਹੜੀ ਹੈ ਦੈਟ ਇਜ਼ ਗਰੁੱਪ ਆਫ ਵਰਡਸ। ਹੁਣ ਸਬਆਰਡੀਨੇਟਿੰਗ ਕੰਜੰਕਸ਼ਨਸ ਦਾ ਰੂਲ ਆ ਕਿ ਇੱਕ ਡਿਪੈਂਡੈਂਟ ਕਲੌਜ਼ ਨੂੰ ਇੰਡੀਪੈਂਡੈਂਟ ਕਲੌਜ਼ ਦੇ ਨਾਲ ਜੋੜਨਾ। ਤੇ ਕੋਆਰਡੀਨੇਟਿੰਗ ਕੰਜੰਕਸ਼ਨਸ ਕੀ ਕਰਦੀਆਂ ਨੇ? ਕਿਹਨੂੰ ਜੋੜਦੀਆਂ ਨੇ? ਇਹ ਜੋੜਦੀਆਂ ਨੇ ਇੱਕ ਮੇਨ ਕਲੌਜ਼ ਨੂੰ ਇੱਕ ਇੰਡੀਪੈਂਡੈਂਟ ਕਲੌਜ਼ ਦੇ ਨਾਲ। ਠੀਕ ਹੈ ਜੀ, ਇਹ ਇਹਨਾਂ ਦਾ ਰੂਲ ਆ ਕਿ ਸਬਆਰਡੀਨੇਟਿੰਗ ਕੰਜੰਕਸ਼ਨਸ ਜਿਹੜੀਆਂ ਨੇ, ਠੀਕ ਹੈ, ਉਹ ਜੋੜਨਗੀਆਂ ਇੱਕ ਡਿਪੈਂਡੈਂਟ। ਹੁਣ ਡਿਪੈਂਡੈਂਟ ਮਤਲਬ ਨਿਰਭਰ, ਕਿਸੇ ਚੀਜ਼ ਤੇ ਨਿਰਭਰ ਹੋਣਾ, ਕਿਸੇ ਚੀਜ਼ ਤੇ ਡਿਪੈਂਡ ਹੋਣਾ। ਤਾਂ ਜਿਹੜੀ ਆਹ ਕਲੌਜ਼ ਆ ਇੱਕ ਮੇਨ ਕਲੌਜ਼ ਤੇ ਡਿਪੈਂਡ ਰਹੂਗੀ। ਪਰ ਇੱਥੇ ਜੇ ਆਪਾਂ ਦੇਖੀਏ ਤਾਂ ਮੇਨ ਕਲੌਜ਼ ਜਿਹੜੀਆਂ ਨੇ, ਇੱਕ ਮੇਨ ਕਲੌਜ਼ ਇੱਕ ਇੰਡੀਪੈਂਡੈਂਟ ਕਲੌਜ਼ ਦੇ ਨਾਲ ਜੁੜੂਗੀ। ਤਾਂ ਇਹ ਦੋਵੇਂ ਆਪਸ ਦੇ ਵਿੱਚ ਇੰਡੀਪੈਂਡੈਂਟ ਨੇ, ਠੀਕ ਹੈ, ਇਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੈਗੀ। ਮਤਲਬ ਇਸ ਕਲੌਜ਼ ਦਾ ਜਿਹੜਾ ਮੀਨਿੰਗ ਆ ਆਪਸ ਦੇ ਵਿੱਚ ਕੰਪਲੀਟ ਹੋਊਗਾ। ਬਟ ਜਿਹੜੀ ਇੱਕ ਡਿਪੈਂਡੈਂਟ ਕਲੌਜ਼ ਆ ਇਹਦਾ ਆਪਸ ਦੇ ਵਿੱਚ ਮੀਨਿੰਗ ਕੰਪਲੀਟ ਨਹੀਂ ਹੋਊਗਾ। ਜਿਵੇਂ ਮੈਂ ਹੁਣੇ ਦੱਸਿਆ, ਭਾਵੇਂ ਮੇਰੇ ਕੋਲ ਬਹੁਤ ਪੈਸਾ, ਤਾਂ ਇਹ ਮੇਰੀ ਗੱਲ ਹਜੇ ਅਧੂਰੀ ਆ, ਇਨਕੰਪਲੀਟ ਆ, ਇਹਦਾ ਹਜੇ ਮੀਨਿੰਗ ਕੰਪਲੀਟ ਨਹੀਂ ਹੋਇਆ, ਜਿਹਦੇ ਕਰਕੇ ਫਿਰ ਮੈਨੂੰ ਇੱਕ ਮੇਨ ਕਲੌਜ਼ ਦੀ ਲੋੜ ਪਈ। ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਹੈਗੀ। although I'm rich I can't find peace in my life। ਤਾਂ I can't find peace in my life ਇੱਕ ਮੇਨ ਕਲੌਜ਼ ਆ ਜਿਹਦਾ ਆਪਸ ਦੇ ਵਿੱਚ ਮੀਨਿੰਗ ਨਿਕਲਦਾ। ਜੇ ਹੁਣ ਮੈਂ although ਵਾਲੀ ਚੀਜ਼ ਨੂੰ ਪਾਸੇ ਰੱਖ ਕੇ ਤੁਹਾਨੂੰ ਇਹ ਕਹਾਂ I can't find peace in my life, ਤਾਂ ਇਹ ਜਿਹੜੀ ਗੱਲ ਆ ਆਪਸ ਦੇ ਵਿੱਚ ਕੰਪਲੀਟ ਆ। ਤਾਂ ਇਹ ਰੂਲ ਜਿਹੜਾ ਹੁਣ ਤੁਹਾਨੂੰ ਮੇਰੇ ਖਿਆਲ ਨਾਲ ਸਮਝ ਆ ਗਿਆ ਹੋਊਗਾ। ਜੇ ਆਪਾਂ ਗੱਲ ਕਰੀਏ ਇੱਕ ਮੇਨ ਕਲੌਜ਼ ਤੇ ਇੱਕ ਇੰਡੀਪੈਂਡੈਂਟ ਕਲੌਜ਼ ਜਿਹੜੀ ਕੋਆਰਡੀਨੇਟਿਵ, ਵੈਸੇ ਇਹਨਾਂ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੁੰਦਾ। ਮੇਨ ਜਿਹੜੀ ਕਲੌਜ਼ ਆ ਉਹਨੂੰ ਇੰਡੀਪੈਂਡੈਂਟ ਹੀ ਕਿਹਾ ਜਾਂਦਾ। ਇੱਕ ਇੰਡੀਪੈਂਡੈਂਟ ਕਲੌਜ਼ ਨੂੰ ਦੂਜੀ ਇੰਡੀਪੈਂਡੈਂਟ ਕਲੌਜ਼ ਦੇ ਨਾਲ ਜੋੜਨ ਦਾ ਕੰਮ ਕਰਦੀ ਹੈ ਕੋਆਰਡੀਨੇਟਿੰਗ ਕੰਜੰਕਸ਼ਨ। ਇਹਨਾਂ ਦੇ ਜਿਹੜੇ ਕੰਟਰਾਸਟਿੰਗ ਆਈਡੀਆਜ਼ ਹੁੰਦੇ ਆ ਗ੍ਰਾਮੈਟੀਕਲੀ ਸੇਮ ਜਿਹੇ ਹੁੰਦੇ ਆ। ਜਿਵੇਂ ਆਪਾਂ ਕਹਿ ਦਈਏ ਕਿ ਜਾਂ ਤਾਂ ਇਹ ਦੋ ਨਾਊਨਸ ਨੂੰ ਹੀ ਜੋੜਨਗੀਆਂ ਤੇ ਜਾਂ ਫਿਰ ਇਹ ਗ੍ਰਾਮੈਟੀਕਲੀ ਜਿਹੜੇ ਸੇਮ ਵਰਡਸ ਹੋਣਗੇ ਉਹਨਾਂ ਨੂੰ ਕੰਟਰਾਸਟਿੰਗ ਦੇ ਵਿੱਚ ਲੈ ਕੇ ਆਉਣਗੇ। ਜਿਵੇਂ ਆਪਾਂ ਕਹਿ ਦਈਏ ਹੀ ਇਜ਼ ਰਿਚ ਐਂਡ ਅ ਨਾਈਸ ਪਰਸਨ, ਸ਼ੀ ਇਜ਼ ਬਿਊਟੀਫੁਲ ਐਂਡ ਨਾਈਵ। ਠੀਕ ਹੈ, ਇੱਦਾਂ ਦੀ ਗੱਲ ਹੋ ਸਕਦੀ ਹੈ। ਤੇ ਦੋ ਆਪਾਂ ਕਹਿ ਦਈਏ ਵੀ ਕੰਟਰਾਸਟਿੰਗ ਆਈਡੀਆਜ਼ ਇਹੋ ਜਿਹੇ ਜਿਹੜੇ ਗ੍ਰਾਮੈਟੀਕਲੀ ਸੇਮ ਜਿਹੇ ਹੋਣ। ਤੁਸੀਂ ਦੇਖਿਆ ਬਿਊਟੀਫੁਲ, ਨਾਈਵ, ਇਹ ਦੋ ਤਰ੍ਹਾਂ ਦੇ ਹੈ ਤਾਂ ਕੰਟਰਾਸਟਿੰਗ। ਹੁਣ ਨਾਈਵ ਦਾ ਮਤਲਬ ਹੁੰਦਾ ਥੋੜਾ ਬੰਦਾ ਨੈਗੇਟਿਵ ਵੱਲ ਚਲੇ ਜਾਂਦਾ, ਜਿਹੜਾ ਬੰਦਾ ਕਹਿ ਦਈਏ ਵੀ ਆਪਦੇ ਆਪ ਵਿੱਚ ਬਾਹਲਾ ਬਣਦਾ, ਨਾਈਵ, ਚਲਾਕ ਜਿਹਾ। ਤੇ ਗੱਲ ਕਰੀਏ ਬਿਊਟੀਫੁਲ ਦੀ, ਮਤਲਬ ਸੁੰਦਰ, ਤਾਂ ਉਹ ਸੁੰਦਰ ਵੀ ਹੈ ਬਟ ਉਹ ਥੋੜੀ ਜਿਹੀ ਨੈਗੇਟਿਵ ਤੇ ਪੋਜ਼ਿਟਿਵ ਨੂੰ ਉਹਨੇ ਕੰਪੇਅਰ ਕਰਤਾ। ਹੁਣ ਤੁਸੀਂ ਦੇਖੋ ਦੋਵੇਂ ਇੱਕ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੇ, ਐਡਜੈਕਟਿਵਸ ਨੇ। ਤਾਂ ਉਹੀ ਪ੍ਰੋਬਲਮ ਆਉਂਦੀ ਹੈ ਸਟੂਡੈਂਟਸ ਨੂੰ ਕਿ ਜਦੋਂ ਸਮਝਦੇ ਨਹੀਂ ਕਿ ਸਬਆਰਡੀਨੇਟਿੰਗ ਕੰਜੰਕਸ਼ਨ ਕਾਹਦੇ ਵਾਸਤੇ ਆ ਤੇ ਕੋਆਰਡੀਨੇਟਿੰਗ ਕੰਜੰਕਸ਼ਨ ਕਾਹਦੇ ਵਾਸਤੇ। ਹੁਣ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ, ਤਾਂ ਇਹਦੇ ਵਿੱਚ ਵੀ ਕੰਟਰਾਸਟ ਹੋਇਆ, ਆਪੋਜ਼ਿਟ ਹੋਇਆ। ਉਹਨੇ ਕਿਹਾ ਵੀ ਅਮੀਰ ਆ ਪਰ ਉਹਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਹੈਗੀ। ਠੀਕ ਹੈ ਜੀ, ਪਰ ਜੇ ਹੁਣ ਮੈਂ ਇਸੇ ਗੱਲ ਨੂੰ ਆਏ ਕਹਿਣਾ ਹੋਵੇ ਕਿ I have a lot of money but I can't find peace in my life, ਤਾਂ ਹੁਣ ਜਿਹੜਾ although ਸੀ ਉਹ ਪਾਸੇ ਹੋ ਗਿਆ। ਠੀਕ ਹੈ, ਤਾਂ ਹੁਣ ਜਿਹੜਾ ਮੇਰਾ ਫਸਟ ਸੈਂਟੈਂਸ ਸੀ I have a lot of money ਜਾਂ I possess a lot of money, ਤੇ ਇਹ ਆਪਸ ਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਬਣ ਗਈ। ਬਟ ਨੇ ਕੀ ਕੀਤਾ? ਬਟ ਨੇ ਦੂਜੀ ਇੰਡੀਪੈਂਡੈਂਟ ਕਲੌਜ਼ ਨੂੰ I can't find peace in my life ਦੇ ਨਾਲ ਜੋੜਤਾ। ਕਲੀਅਰ ਹੋ ਗਿਆ ਜੀ? ਠੀਕ ਹੈ,
ਤਾਂ ਬਟ ਨੇ ਵੀ ਇਹਨਾਂ ਦੋ ਕੰਟਰਾਸਟਿੰਗ ਆਈਡੀਆਜ਼ ਨੂੰ ਜੋੜਤਾ ਪਰ ਵੱਖਰੇ ਰੂਪ ਦੇ ਵਿੱਚ, ਦੋ ਇੰਡੀਪੈਂਡੈਂਟ ਕਲੌਜ਼ਸ ਦੇ ਵਿੱਚ, ਦੋ ਇੰਡੀਪੈਂਡੈਂਟ ਕਲੌਜ਼ ਦੇ ਵਿੱਚ ਜਿਹੜੇ ਦੋ ਕੰਟਰਾਸਟਿੰਗ ਆਈਡੀਆਜ਼ ਸੀ ਉਹਨਾਂ ਨੂੰ ਜੋੜਿਆ। ਤੇ ਜਦੋਂ ਆਪਾਂ ਗੱਲ ਕਰੀਏ ਸਬਆਰਡੀਨੇਟਿੰਗ ਦੀ, ਸਬਆਰਡੀਨੇਟਿੰਗ ਕੰਜੰਕਸ਼ਨਸ ਜਿਹੜੀਆਂ ਨੇ ਆਲਦੋ, ਈਵਨ ਦੋ, ਈਵਨ ਇਫ, ਇਹਨਾਂ ਦੇ ਬਾਰੇ ਮੈਂ ਅੱਜ ਗੱਲ ਕਰਨੀ ਆ। ਤੇ ਇਹ ਵੀ ਕੰਟਰਾਸਟਿੰਗ ਆਈਡੀਆਜ਼ ਨੂੰ ਜੋੜਦੇ ਆ ਪਰ ਵੱਖਰੇ ਤਰੀਕੇ ਦੇ ਨਾਲ। ਇਹ ਇੱਕ ਕਲੌਜ਼ ਨੂੰ ਜਦੋਂ ਜਿਹੜੀ ਇੱਕ ਕੰਜੰਕਸ਼ਨ ਆ, ਇੱਕ ਜੋੜ ਆ ਜਿਹੜਾ ਸਬਆਰਡੀਨੇਟਿੰਗ, ਉਹ ਇੱਕ ਕਲੌਜ਼ ਨੂੰ ਇਨਕੰਪਲੀਟ ਬਣਾ ਦਿੰਦੇ ਆ। ਭਾਵੇਂ ਹੁਣ ਜਿਹੜੀ ਮਤਲਬ ਜਿਹੜੀ ਵੀ ਕੋਈ ਗੱਲ ਆ ਉਹਦੇ ਮੂਹਰੇ ਭਾਵੇਂ ਜੁੜ ਗਿਆ, ਹਾਲਾਂਕਿ ਜੁੜ ਗਿਆ, ਤਾਂ ਉਹ ਗੱਲ ਅਧੂਰੀ ਰਹਿ ਜੂਗੀ, ਉਹਨੂੰ ਇੱਕ ਇੰਡੀਪੈਂਡੈਂਟ ਕਲੌਜ਼ ਦੀ ਲੋੜ ਪਊਗੀ। ਆਈ ਹੋਪ ਤੁਸੀਂ ਇੱਥੇ ਤੱਕ ਸਮਝ ਚੁੱਕੇ ਹੋਵੋਗੇ ਕਿ ਸਬਆਰਡੀਨੇਟਿੰਗ ਕੰਜੰਕਸ਼ਨਸ ਕਿਵੇਂ ਬਣਦੀਆਂ, ਕਿਵੇਂ ਇਹ ਸੈਂਟੈਂਸ ਬਣਾਉਂਦੀਆਂ ਨੇ, ਤੇ ਕੋਆਰਡੀਨੇਟਿੰਗ ਕੰਜੰਕਸ਼ਨਸ ਕਿਵੇਂ ਬਣਾਉਂਦੀਆਂ ਨੇ। ਹੁਣ ਇਹਨਾਂ ਦਾ ਰਿਜ਼ਲਟ ਕੀ ਹੁੰਦਾ, ਤਾਂ ਜਿਹੜਾ ਆਹ ਰਿਜ਼ਲਟ ਹੁੰਦਾ ਜੀ, ਇਹ ਹੁੰਦਾ ਤੁਹਾਡਾ ਕੰਪਾਊਂਡ ਸੈਂਟੈਂਸ। ਠੀਕ ਹੈ ਜੀ, ਕੰਪਾਊਂਡ ਸੈਂਟੈਂਸ ਇਹਨੂੰ ਬੋਲਦੇ ਆ ਗ੍ਰਾਮਰ ਦੇ ਵਿੱਚ। ਤੇ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਬਣਾਉਂਦੇ ਆ ਜੀ ਕੰਪਲੈਕਸ ਸੈਂਟੈਂਸ। ਠੀਕ ਹੈ ਜੀ, ਤਾਂ ਜਿਹੜੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਕੰਪਾਊਂਡ ਸੈਂਟੈਂਸ ਵੀ ਬਣਾਉਣੇ ਆ, ਕੰਪਲੈਕਸ ਸੈਂਟੈਂਸ ਵੀ ਬਣਾਉਣੇ, ਤਾਂ ਤੁਹਾਨੂੰ ਹੁਣ ਸਮਝ ਲੱਗ ਗਿਆ ਹੋਊਗਾ ਮੇਰੀ ਇਸ ਵੀਡੀਓ ਤੋਂ ਕਿ ਕੰਪਲੈਕਸ ਸੈਂਟੈਂਸ ਕਿਵੇਂ ਬਣਾਉਣੇ ਆ। ਇੱਕ ਇੰਡੀਪੈਂਡੈਂਟ ਕਲੌਜ਼ ਜਿਹੜੀ ਜਿਹਦੇ ਮੂਹਰੇ ਕੀ ਲੱਗੀ ਹੋਈ ਹੈ, ਇੱਕ ਸਬਆਰਡੀਨੇਟਿੰਗ ਕੰਜੰਕਸ਼ਨ, ਆਲਦੋ, ਈਵਨ ਦੋ, ਈਵਨ ਇਫ, ਕੱਲਾ ਇਫ। ਠੀਕ ਹੈ, ਤਾਂ ਉਹ ਇੱਕ ਮੇਨ ਕਲੌਜ਼ ਨਾਲ ਜੁੜੂਗੀ ਤੇ ਕੀ ਬਣ ਜੂਗਾ ਮੇਰੇ ਕੋਲੇ, ਇੱਕ ਕੰਪਲੈਕਸ ਸੈਂਟੈਂਸ। ਤੇ ਫਿਰ ਆਪਾਂ ਗੱਲ ਕਰੀਏ ਕੰਪਾਊਂਡ ਦੀ, ਤਾਂ ਕੰਪਾਊਂਡ ਦੇ ਵਿੱਚ ਕੀ ਆ, ਕੋਆਰਡੀਨੇਟਿੰਗ ਕੰਜੰਕਸ਼ਨ ਜਿਹੜੀ ਆ ਉਹ ਵਿਚਾਲੇ ਲੱਗੀ ਹੁੰਦੀ ਹੈ, ਬੇਸਿਕਲੀ ਮੂਹਰੇ ਵੀ ਲੱਗ ਸਕਦੀ ਹੈ। ਤਾਂ ਉਹਦੇ ਲਈ ਜੇ ਮੂਹਰੇ ਲੱਗਦੀ ਹੈ ਫਿਰ ਵੀ ਇੱਕ ਵਿਚਾਲੇ ਕਾਮਾ ਆਊਗਾ। ਠੀਕ ਹੈ ਜੀ, ਆਈ ਹੋਪ ਕਿ ਇੱਥੇ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ। ਹੁਣ ਆਪਾਂ ਗੱਲ ਕਰਾਂਗੇ ਦੋ, ਆਲਦੋ, ਈਵਨ ਦੋ, ਇਹਨਾਂ ਦੇ ਵਿੱਚ ਕੀ ਡਿਫਰੈਂਸ ਆ। ਸਟੂਡੈਂਟਸ ਦੀਆਂ ਮੈਨੂੰ ਬਹੁਤ ਵਾਰੀ ਇਹ ਕੁਐਰੀਜ਼ ਆਉਂਦੀਆਂ, ਕੁਐਸਚਨਸ ਮੈਨੂੰ ਪੁੱਟ ਕਰਦੇ ਆ ਵੀ ਇਹਨਾਂ ਦੇ ਵਿੱਚ ਫਰਕ ਕੀ ਆ। ਤਾਂ ਉਹਨਾਂ ਦੇ ਵਿੱਚ ਫਰਕ ਜਸਟ ਇਹੀ ਆ ਕਿ ਦੋ ਜਿਹੜੀ ਕੰਜੰਕਸ਼ਨ ਆ, ਇਟਸ ਅ ਬਿਟ ਇਨਫੋਰਮਲ। ਇਹ ਥੋੜੀ ਜਿਹੀ ਇਨਫੋਰਮਲ ਹੋ ਜਾਂਦੀ ਹੈ ਬਿਕੋਜ਼ ਇਹਨੂੰ ਸਪੀਚ ਦੇ ਵਿੱਚ ਜ਼ਿਆਦਾ ਯੂਜ਼ ਕੀਤਾ ਜਾਂਦਾ। ਤੇ ਦੋ ਜਿਹੜਾ ਉਹ ਐਂਡ ਤੇ ਵੀ ਲੱਗ ਸਕਦਾ, ਬਟ ਆਲਦੋ, ਈਵਨ ਦੋ ਕਦੇ ਵੀ ਐਂਡ ਤੇ ਨਹੀਂ ਲੱਗ ਸਕਦੇ ਹੈਗੇ। ਦੋ ਜਿਹੜਾ ਉਹ ਐਂਡ ਤੇ ਲੱਗ ਸਕਦਾ। ਤਾਂ ਤੁਸੀਂ ਫਸਟ ਸੈਂਟੈਂਸ ਦੇਖ ਸਕਦੇ ਹੋ। ਠੀਕ ਹੈ, ਬੇਸਿਕਲੀ ਸਪੀਚ ਦੇ ਵਿੱਚ ਯੂਜ਼ ਹੋਣ ਕਰਕੇ ਇਹਨੂੰ ਮੋਸਟ ਆਫ ਦਾ ਟਾਈਮ ਇਨਫੋਰਮਲ ਹੀ ਕੰਸੀਡਰ ਕੀਤਾ ਜਾਂਦਾ। ਐਂਡ ਦੈਟਸ ਵਾਈ ਆਇਲਸ ਦੇ ਵਿੱਚ ਜਿਹੜੇ ਐਕਸਪਰਟਸ ਨੇ ਇੰਕਲੂਡਿੰਗ ਮੀ, ਆਈ ਫੋਰਬਿਡ ਮਾਈ ਸਟੂਡੈਂਟਸ ਕਿ ਉਹ ਇਹਨੂੰ ਨਾ ਮਤਲਬ ਕਿ ਇਹਨੂੰ ਵਰਤਣ ਨਾ, ਉਹ ਕਦੇ ਵੀ। ਮੈਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਦਾ। ਆਈ ਫੋਰਬਿਡ ਦ ਯੂਜ਼ ਆਫ ਇਟ। ਓਕੇ, ਸੋ ਦੋ ਹੀ ਵਾਜ਼ ਨਾਟ ਵੈਲਦੀ, ਹੀ ਲਿਵਸ ਹੈਪੀਲੀ। ਓਕੇ, ਥੋੜੀ ਜਿਹੀ ਗਲਤੀ ਹੋ ਗਈ, ਹੀ ਇਜ਼ ਨਾਟ ਵੈਲਦੀ, ਹੀ ਲਿਵਸ ਹੈਪੀਲੀ। ਭਾਵੇਂ ਉਹ ਅਮੀਰ ਨਹੀਂ ਹੈਗਾ ਬਟ ਖੁਸ਼ੀ ਨਾਲ ਰਹਿੰਦਾ। ਠੀਕ ਹੈ, ਖੁਸ਼ ਰਹਿੰਦਾ, ਜ਼ਿੰਦਗੀ ਜਿਹੜੀ ਉਹ ਮਾਣਦਾ। ਤਾਂ ਇੱਥੇ ਕੰਟਰਾਸਟਿੰਗ ਆਈਡੀਆ ਕੀ ਹੋ ਗਿਆ ਕਿ ਉਹ ਵੈਲਦੀ ਨਹੀਂ ਹੈਗਾ ਬਟ ਉਹ ਹੈਪੀ ਰਹਿੰਦਾ, ਖੁਸ਼ ਰਹਿੰਦਾ। ਤੇ ਇਹ ਕੰਟਰਾਸਟਿੰਗ ਆਈਡੀਆਜ਼ ਹੋ ਗਏ। ਤਾਂ ਵਿਚਾਲੇ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਕਾਮਾ ਦੀ ਲੋੜ ਹੁੰਦੀ ਹੈ ਹਮੇਸ਼ਾ। ਇੱਥੇ ਹੁਣ ਯੈਟ ਬਟ ਕਿਉਂ ਨਹੀਂ ਲੱਗਦਾ, ਇਹਨੂੰ ਮੈਂ ਅੱਗੇ ਜਾ ਕੇ ਐਕਸਪਲੇਨ ਕਰੂੰਗਾ। ਬਟ ਫॉर द ਟਾਈਮਿੰਗ ਤੁਸੀਂ ਇਹ ਸਮਝੋ ਕਿ ਦੋ ਦਾ ਕੀ ਯੂਜ਼ ਆ। ਠੀਕ ਹੈ ਜੀ, ਦੋ ਨੇ ਕੀ ਕੀਤਾ, ਬਸ ਦੋ ਕੰਟਰਾਸਟਿੰਗ ਆਈਡੀਆਜ਼ ਨੂੰ, ਦੋ ਓਪੋਜ਼ਿਟ ਆਈਡੀਆਜ਼ ਨੂੰ ਜੋੜਤਾ ਕਿ ਠੀਕ ਆ ਉਹ ਬੰਦਾ ਅਮੀਰ ਨਹੀਂ ਪਰ ਉਹ ਜ਼ਿੰਦਗੀ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਕੱਢਦਾ ਉਹਦੀ। ਹੁਣ ਆਲਦੋ ਜਿਹੜਾ ਵਾ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਫਾਰਮਲ ਆ, ਇਨਫਾਰਮਲ ਆ। ਠੀਕ ਹੈ, ਬਸ ਇਹਨੂੰ ਐ ਸਮਝੋ ਵੀ ਰੈਗੂਲਰ ਆ। ਠੀਕ ਹੈ, ਰੈਗੂਲਰ ਇਹਦਾ ਯੂਜ਼ ਕੀਤਾ ਜਾਂਦਾ, ਇਟਸ ਕਾਈਂਡ ਆਫ ਰੈਗੂਲਰ ਕੰਜੰਕਸ਼ਨ, ਤੇ ਇਹਦਾ ਯੂਜ਼ ਸਹੀ ਮੰਨਿਆ ਜਾਂਦਾ ਹਮੇਸ਼ਾ। ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਪੋਜ਼ਿਟ ਆਈਡੀਆ, ਕੰਟਰਾਸਟਿੰਗ ਆਈਡੀਆਜ਼ ਨੂੰ ਕਿਵੇਂ ਜੋੜਦੇ ਹੋ ਤੁਸੀਂ ਸ਼ਾਇਦ ਇਸ ਗੱਲ ਦਾ ਪਹਿਲਾਂ ਧਿਆਨ ਨਹੀਂ ਦਿੱਤਾ ਹੋਊਗਾ, ਬਟ ਅੱਜ ਦੀ ਇਸ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਆਪਦੀ ਰਾਈਟਿੰਗ ਦੇ ਵਿੱਚ ਕਰ ਕੀ ਰਿਹਾ। ਆਲਦੋ ਦ ਐਗਜ਼ਾਮ ਵਾਜ਼ ਡਿਫਿਕਲਟ, ਆਈ ਡਿਡ ਵੈਲ। ਭਾਵੇਂ ਪੇਪਰ ਬੜਾ ਔਖਾ ਸੀ ਪਰ ਮੈਂ ਬਹੁਤ ਵਧੀਆ ਕਰਕੇ ਆਇਆ। ਠੀਕ ਹੈ ਜੀ, ਤਾਂ ਇਹ ਆਪਣਾ ਹੁੰਦਾ ਓਪੀਨੀਅਨ ਜਦੋਂ ਆਪਾਂ ਆਇਲਸ ਦਾ ਪੇਪਰ ਦੇ ਕੇ ਆਉਂਦੇ ਹਾਂ ਨਾ। ਤਾਂ ਪਰਮਾਤਮਾ ਕਰੇ ਤੁਹਾਡਾ ਸਾਰਿਆਂ ਦਾ ਪੇਪਰ ਬਹੁਤ ਵਧੀਆ ਹੋਵੇ। ਤਾਂ ਇਹ ਜਿਹੜੀ ਚੀਜ਼ ਆ ਆਲਦੋ, ਤਾਂ ਹੁਣ ਆਲਦੋ ਦੋ, ਇਹ ਮੂਹਰਲੀ ਜਿਹੜੀ ਚੀਜ਼ ਆ ਉਹ ਕੀ ਹੋਗੀ, ਇੱਕ ਉਹ ਹੋਗੀ ਇੱਕ ਡਿਪੈਂਡੈਂਟ ਕਲੌਜ਼, ਵਨ ਡਿਪੈਂਡੈਂਟ ਕਲੌਜ਼ ਹੋਗੀ ਉਹ। ਤਾਂ ਜਿਹੜੀ ਲਾਸਟ ਤੇ ਕੀ ਆ ਉਹ ਇੱਕ ਮੇਨ ਕਲੌਜ਼ ਹੋਗੀ। ਇਹ ਕੀ ਹੋਗੀ, ਮੇਨ ਕਲੌਜ਼। ਠੀਕ ਹੈ, ਤਾਂ ਇੱਕ ਇੰਡੀਪੈਂਡੈਂਟ ਕਲੌਜ਼ ਨੂੰ ਇੱਕ ਮੇਨ ਕਲੌਜ਼ ਦੇ ਨਾਲ ਜੋੜਤਾ। ਹੀ ਲਿਵਸ ਹੈਪੀਲੀ, ਆਈ ਡਿਡ ਵੈਲ, ਇਹਨਾਂ ਦਾ ਆਪਸ ਦੇ ਵਿੱਚ ਮੀਨਿੰਗ ਕੰਪਲੀਟ ਆ। ਬਟ ਜਿਹੜੇ ਦੋ ਲੱਗਿਆ ਹੋਣ ਕਰਕੇ, ਆਲਦੋ ਲੱਗਿਆ ਹੋਣ ਕਰਕੇ ਇਹ ਕੰਟਰਾਸਟਿੰਗ ਆਈਡੀਆ ਇਨਕੰਪਲੀਟ ਆ। ਤਾਂ ਇਹ ਹੁਣ ਦੋਵੇਂ ਕੀ ਬਣ ਗਏ, ਕੰਪਲੈਕਸ ਸੈਂਟੈਂਸ। ਈਵਨ ਦੋ ਦਾ ਯੂਜ਼ ਕੀ ਆ, ਈਵਨ ਦੋ ਦਾ ਯੂਜ਼ ਇਹੀ ਆ ਕਿ ਤੁਸੀਂ ਜਦੋਂ ਕਿਸੇ ਚੀਜ਼ ਤੇ ਬਹੁਤ ਜ਼ਿਆਦਾ ਐਮਫੈਸਿਸ ਦੇਣੀ ਹੈ, ਮਤਲਬ ਤੁਸੀਂ ਜ਼ੋਰ ਦੇਣਾ ਉਸ ਗੱਲ ਤੇ। ਠੀਕ ਹੈ, ਈਵਨ ਦੋ, ਭਾਵੇਂ ਕਿ, ਤਾਂ ਠੀਕ ਹੈ, ਇਹ ਜਿਹੜੀ ਚੀਜ਼ ਹੈ ਜ਼ੋਰ ਦਿੰਦੀ ਹੈ ਤੁਹਾਡੀ ਗੱਲ ਦੇ ਵਿੱਚ, ਪ੍ਰੈਸ਼ਰਾਈਜ਼ ਕਰਦੀ ਹੈ, ਐਮਫੈਸਿਸ ਦਿੰਦੀ ਹੈ। ਠੀਕ ਹੈ, ਤੁਸੀਂ ਕਿਸੇ ਚੀਜ਼ ਨੂੰ ਸਟ੍ਰੈਸ ਦੇ ਕੇ ਕਹਿਣਾ ਚਾਹੁੰਦੇ ਹੋ, ਵੀ ਜ਼ੋਰ ਦੇ ਕੇ ਦੇਣਾ ਲਿਖਣਾ ਚਾਹੁੰਦੇ ਹੋ ਵੀ ਯਾਰ ਆਹ ਦੇਖੋ, ਆ ਭਾਵੇਂ ਆਹ ਹੋ ਰਿਹਾ ਸੀ ਬਟ ਉਹਦਾ ਰਿਜ਼ਲਟ ਆ ਨਿਕਲਿਆ। ਤਾਂ ਇਹਦਾ ਹਮੇਸ਼ਾ ਆਲਵੇਜ਼ ਡਿਫਰੈਂਟ ਆਊਟਕਮ ਹੋਊਗੀ। ਠੀਕ ਹੈ, ਤੁਹਾਨੂੰ ਲੱਗੂਗਾ ਵੀ ਹਾਂ ਇਸ ਤੋਂ ਕਿ ਸ਼ਾਇਦ ਆ ਹੋਊਗਾ ਬਟ
ਇਹਦਾ ਜਿਹੜਾ ਰਿਜ਼ਲਟ ਹੋਊਗਾ ਹਮੇਸ਼ਾ ਆਪੋਜ਼ਿਟ ਹੁੰਦਾ ਇਨ ਦਾ ਮੋਸਟ ਆਫ ਦਾ ਟਾਈਮ। ਜਿਵੇਂ ਈਵਨ ਦੋ ਐਗਜ਼ਾਮ ਵਾਜ਼ ਈਜ਼ੀ, ਭਾਵੇਂ ਕਿ ਪੇਪਰ ਬਹੁਤ ਸੌਖਾ ਸੀ ਜਾਂ ਸੌਖਾ ਸੀ, ਜਸਟ ਆਈ ਫੇਲਡ, ਮੈਂ ਫੇਲ ਹੋ ਗਿਆ, ਠੀਕ ਹੈ। ਤਾਂ ਈਵਨ ਦੋ, ਭਾਵੇਂ ਕਿ ਇਹ ਗੱਲ ਤੇ ਜ਼ੋਰ ਦੇਣ ਵਾਲੀ ਗੱਲ ਹੋਵੇ, ਤਾਂ ਇਹ ਸੀਗਾ ਜੀ ਦੋ, ਆਲ ਦੋ, ਈਵਨ ਦੋ। ਤਾਂ ਆਈ ਹੋਪ ਕਿ ਤੁਸੀਂ ਇਹਦਾ ਯੂਜ਼ ਸਮਝ ਚੁੱਕੇ ਹੋਵੋਗੇ। ਹੁਣ ਆਉਂਦੇ ਆ ਜੀ ਕੋਆਰਡੀਨੇਟਿੰਗ ਕੰਜੰਕਸ਼ਨਸ ਵੱਲ। ਤਾਂ ਮੈਂ ਬੇਸਿਕਲੀ ਯੈਟ ਬਟ ਨੈਵਰਦਲੈਸ ਪਿਕ ਕਰ ਰਿਹਾ, ਜਿਨ੍ਹਾਂ ਨੂੰ ਆਲਦੋ ਦੇ ਨਾਲ ਕਨਫਿਊਜ਼ ਕੀਤਾ ਜਾਂਦਾ। ਤਾਂ ਪਹਿਲਾਂ ਇਹ ਸਮਝਣ ਦੀ ਲੋੜ ਆ ਕਿ ਇਹ ਵੀ ਕੰਟਰਾਸਟ ਹੀ ਦਿਖਾਉਂਦੇ ਨੇ ਆਈਡੀਆਜ਼ ਦੇ ਵਿੱਚ, ਠੀਕ ਹੈ ਜੀ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਵੱਖਰੇ ਤਰੀਕੇ ਦੇ ਨਾਲ ਇਹ ਕੀ ਕਰਦੀਆਂ ਨੇ, ਇਹ ਕੰਜੰਕਸ਼ਨਸ ਦਾ ਰੋਲ ਕੀ ਆ ਕਿ ਇਹ ਦੋ ਇੰਡੀਪੈਂਡੈਂਟ ਕਲੌਜ਼ਸ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀਆਂ ਨੇ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ I am not rich, but I take pleasure in my life, ठीक है। ਤਾਂ ਇੱਦਾਂ ਦੀ ਕੋਈ ਚੀਜ਼, ਠੀਕ ਹੈ, ਵੀ ਮੈਂ ਰਿਚ ਨਹੀਂ ਹੈਗਾ ਪਰ, ਤਾਂ ਪਰ ਜਿਹੜਾ ਉਹ ਬਟ ਦੇ ਤਰ੍ਹਾਂ ਯੂਜ਼ ਹੋ ਗਿਆ। ਕਈ ਇਹਦੇ ਅੱਗੇ ਕੌਮਾ ਵੀ ਲਾ ਦਿੰਦੇ ਆ, ਤਾਂ ਉਹ ਵੀ ਸਹੀ ਆ, ਕੋਈ ਇਹਦੇ ਵਿੱਚ ਬਾਹਲਾ ਨਹੀਂ ਹੈਗਾ, ਕਨਫਿਊਜ਼ ਨਹੀਂ ਹੋਣਾ ਵੀ ਕੌਮਾ ਕਿੱਥੇ ਲੱਗਣਾ ਕਿੱਥੇ ਨਹੀਂ ਲੱਗਣਾ। ਹਾਂ, ਆਲਦੋ ਤੋਂ ਬਾਅਦ ਸਿਰਫ ਇੱਕ ਕੌਮੇ ਦੀ ਜ਼ਰੂਰਤ ਆ, ਉਹਦੇ ਨਾਲ ਬਟ ਯੈਟ ਕਿਉਂ ਨਹੀਂ ਲੱਗਣਾ, ਕਿਉਂਕਿ ਹੁਣ ਤੁਸੀਂ ਡਿਫਰੈਂਸ ਪਤਾ ਕਰ ਚੁੱਕੇ ਹੋ। ਇਹ ਦੋ ਇੰਡੀਪੈਂਡੈਂਟ ਕਲੌਜ਼ਸ ਨੂੰ ਆਪਸ ਦੇ ਵਿੱਚ ਜੋੜਦੇ ਆ, ਇਹ ਦੋ ਇੰਡੀਪੈਂਡੈਂਟ ਕਲੌਜ਼ਸ ਨੂੰ ਆਪਸ ਦੇ ਵਿੱਚ ਜੋੜਦੇ, ਤੇ ਉਹ ਕਿਹਨੂੰ ਜੋੜਦੇ ਆ, ਇੱਕ ਡਿਪੈਂਡੈਂਟ ਕਲੌਜ਼ ਨੂੰ ਇੱਕ ਮੇਨ ਕਲੌਜ਼ ਦੇ ਨਾਲ। ਤਾਂ ਤੁਸੀਂ ਹੁਣ ਫਰਕ ਦੇਖੋ ਕਿ ਦੋਵੇਂ ਕੰਜੰਕਸ਼ਨਸ ਦੇ ਰੂਲ ਵੱਖਰੇ ਆ, ਤੇ ਤੁਸੀਂ ਦੋਵਾਂ ਨੂੰ ਇਕੱਠੇ ਕਿਵੇਂ ਕਰ ਸਕਦੇ ਹੋ। ਹੁਣ ਤੁਹਾਡਾ ਜਵਾਬ ਇਹ ਹੋ ਸਕਦਾ, ਮਨਜੋਤ ਸਰ ਮੈਂ ਪੜ੍ਹ ਚੁੱਕਿਆ ਜਾਂ ਮੈਂ ਪੜ੍ਹਿਆ ਕਿ ਆਲਦੋ ਦੇ ਨਾਲ ਯੈਟ ਲੱਗਿਆ ਸਾਡਾ ਟੀਚਰ ਨੇ, ਪਰ ਉੱਥੇ ਯੈਟ, ਕੀ ਤੁਸੀਂ ਕਦੇ ਪੁੱਛਿਆ ਆਪਦੇ ਟੀਚਰ ਨੂੰ ਕਿ ਸਰ ਮੈਮ ਕਿ ਇਹ ਜਿਹੜਾ ਯੈਟ ਲਵਾਇਆ ਤੁਸੀਂ ਆਲਦੋ ਦੇ ਨਾਲ, ਕੀ ਇਹ ਕੰਜੰਕਸ਼ਨ ਹੈ ਜਾਂ ਐਡਵਰਬ ਆ। ਤਾਂ ਅੱਜ ਮੈਂ ਤੁਹਾਡਾ ਭੁਲੇਖਾ ਦੂਰ ਕਰਨ ਲੱਗਿਆ, ਆਲਦੋ ਦੇ ਨਾਲ ਯੈਟ ਯੂਜ਼ ਹੋ ਸਕਦਾ, ਬਟ ਕਦੋਂ, ਐਜ਼ ਐਨ ਐਡਵਰਬ, ਠੀਕ ਹੈ ਜੀ, ਕਲੀਅਰ ਹੋ ਗਿਆ। ਤਾਂ ਬਟ ਤਾਂ ਲਾਉਣ ਦੀ ਲੋੜ ਹੀ ਨਹੀਂ ਹੈਗੀ, ਯੈਟ ਜਿਹੜਾ ਉਹ ਐਜ਼ ਐਡਵਰਬ ਯੂਜ਼ ਹੋਊਗਾ, ਕਿਉਂਕਿ ਯੈਟ ਕੰਜੰਕਸ਼ਨ ਵੀ ਹੈ ਤੇ ਐਡਵਰਬ ਵੀ ਹੈ। ਐਡਵਰਬ ਮਤਲਬ ਟਾਈਮ ਦੱਸਦੇ, ਜਿਵੇਂ ਹੁਣ ਤੱਕ, ਹਜੇ, ਯੈਟ। ਤਾਂ ਜਿਵੇਂ ਮੈਂ ਕਹਦਾ ਆਲਦੋ the party is soon, yeah, soon starts, yeah, starts soon, starts anytime soon, I am not dressed up yet, it felt strange it felt strange yet yet exciting to go out in the snow। ਹੁਣ ਦੋਵਾਂ ਸੈਂਟੈਂਸਿਸ ਦੇ ਵਿੱਚ ਯੈਟ ਦੇ ਯੂਜ਼ ਦੇ ਵਿੱਚ ਕੀ ਫਰਕ ਆ, ਇੱਥੇ ਯੈਟ ਦੋ ਆਈਡੀਆਜ਼ ਨੂੰ ਕੰਟਰਾਸਟ ਕਰਦਾ ਪਿਆ, ਬਟ ਇੱਥੇ ਇਹ ਟਾਈਮ ਦਾ ਐਡਵਰਬ ਹੋ ਕੇ ਦੱਸਦਾ ਪਿਆ ਕਿ ਭਾਵੇਂ ਕਿ ਪਾਰਟੀ ਕਿਸੇ ਵੇਲੇ ਵੀ ਹੁਣ ਸ਼ੁਰੂ ਹੋ ਸਕਦੀ ਹੈ, ਸਟਾਰਟਸ ਐਨੀ ਟਾਈਮ ਸੂਨ, ਮੈਂ ਹਜੇ ਤਿਆਰ ਨਹੀਂ ਹੋਇਆ, ਮੈਂ ਹਜੇ ਕੱਪੜੇ ਨਹੀਂ ਪਾਏ ਹੈਗੇ। ਤਾਂ ਯੈਟ ਇੱਥੇ ਐਜ਼ ਐਡਵਰਬ ਯੂਜ਼ ਹੋਇਆ, ਬਟ ਇੱਥੇ ਐਜ਼ ਅ ਕੰਜੰਕਸ਼ਨ ਯੂਜ਼ ਹੋਇਆ। ਤਾਂ ਹਮੇਸ਼ਾ ਯਾਦ ਰੱਖੋ ਕਿ ਆਲਦੋ ਦੇ ਨਾਲ ਯੈਟ ਐਜ਼ ਕੰਜੰਕਸ਼ਨ ਯੂਜ਼ ਨਹੀਂ ਹੋਊਗਾ। ਜੇ ਤੁਹਾਨੂੰ ਓਪੀਨੀਅਨ, ਤਾਂ ਹੁਣ ਤੁਸੀਂ ਕੀ ਕਰ ਸਕਦੇ ਹੋ, ਮੇਰੀ ਸਲਾਹ ਤੁਹਾਨੂੰ ਕੀ ਹੈ ਕਿ ਤੁਸੀਂ ਆਪ ਖੁਦ ਵੀ ਰਿਸਰਚ ਕਰੋ, ਠੀਕ ਹੈ ਜੀ। ਤਾਂ ਆਈ ਹੋਪ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਡਾਊਟਸ ਕਲੀਅਰ ਹੋ ਗਏ ਹੋਣਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਕੁਝ ਸਿੱਖਣ ਨੂੰ ਮਿਲਿਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਤੇ ਗਲਤ ਇਨਫੋਰਮੇਸ਼ਨ ਤੋਂ ਬਚੋ ਜਿਹੜੀ ਤੁਹਾਡੀ ਰਾਈਟਿੰਗ ਨੂੰ ਖਰਾਬ ਕਰਦੀ ਆ, ਠੀਕ ਹੈ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।